Subscribe this channel. ਅੱਜ ਦਾ ਆਪਣਾ ਟੌਪਿਕ ਹੈਗਾ ਐਡਰੈਸਿੰਗ ਮੋਡਸ। ਠੀਕ ਹੈ, ਐਡਰੈਸਿੰਗ ਮੋਡਸ ਕੀ ਹੁੰਦੇ ਨੇ? The term addressing modes refers to the way in which the operand of an instruction is specified। ठीक है, मतलब कि ਐਵੇਂ ਦੀ ਟਰਮ ਹੈ, ਐਵੇਂ ਦਾ ਤਰੀਕਾ ਹੈ ਜਿਹਦੇ ਵਿੱਚ ਕੀ ਹੈ ਵੀ ਜਿਹੜਾ ਓਪਰੈਂਡ ਹੈ, ਠੀਕ ਹੈ, ਕਿਸੇ ਵੀ ਇੰਸਟਰਕਸ਼ਨ ਦਾ ਓਪਰੈਂਡ ਹੈ ਉਹਨੂੰ ਜਦੋਂ ਸਪੈਸੀਫਾਈ ਕੀਤਾ ਜਾਂਦਾ, ਉਹਨੂੰ ਦੱਸਿਆ ਜਾਂਦਾ, ਠੀਕ ਹੈ, ਵੀ ਕਿਸ ਇੰਸਟਰਕਸ਼ਨ ਦਾ ਓਪਰੈਂਡ ਹੈ, ਠੀਕ ਹੈ, ਉਹਨੂੰ ਕਹਿੰਦਾ ਐਡਰੈਸਿੰਗ ਮੋਡ। Addressing mode specifies a rule for interpreting or modifying the address field of the instruction before the operand is actually executed। ਕਹਿੰਦੇ ਜਦੋਂ ਓਪਰੈਂਡ ਨੇ ਕਿਸੇ ਵੀ ਇੰਸਟਰਕਸ਼ਨ ਦੇ ਓਪਰੈਂਡ ਨੇ ਐਗਜ਼ੀਕਿਊਟ ਹੋਣਾ ਹੁੰਦਾ, ਠੀਕ ਹੈ, ਤਾਂ ਉਹਦਾ ਜਿਹੜਾ ਐਡਰੈਸ ਹੈ ਉਹ ਕਿਹਦੇ ਦੁਆਰਾ ਦੱਸਿਆ ਜਾਂਦਾ? ਐਡਰੈਸਿੰਗ ਮੋਡ ਦੇ ਦੁਆਰਾ। ਠੀਕ ਹੈ, ਆਪਾਂ ਨੂੰ ਐਡਰੈਸ ਕਿੱਥੇ ਪਤਾ ਲੱਗਦਾ ਵੀ ਕਿਹੜਾ ਓਪਰੈਂਡ ਕਿਸ ਜਗ੍ਹਾ ਦੇ ਉੱਪਰ ਕਿਸ ਐਡਰੈਸ ਦੇ ਨਾਮ 'ਤੇ ਪਿਆ, ਉਹ ਆਪਾਂ ਨੂੰ ਪਤਾ ਲੱਗਦਾ ਐਡਰੈਸਿੰਗ ਮੋਡਸ ਤੋਂ। ਠੀਕ ਹੈ, ਐਡਰੈਸਿੰਗ ਮੋਡਸ ਨੂੰ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਗਿਆ, addressing modes for data and addressing modes for branch। ठीक है, ਜਿਹੜੇ memory addressing modes ਨੇ, memory addressing modes provide flexible access to memory, allowing you to easily access variables, arrays, records, pointers and other complex data types। The key to good assembly language programming is the proper use of memory addressing modes। ਜਿਹੜੇ memory addressing modes ਹੁੰਦੇ ਨੇ ਉਹ ਕੀ ਹੁੰਦੇ ਨੇ? ਉਹ ਜਦੋਂ ਮੈਮਰੀ ਨੂੰ ਅਸੈਸ ਕਰਨਾ ਹੋਵੇ ਜਾਂ ਆਪਾਂ ਨੇ ਕੋਈ ਵੇਰੀਏਬਲਸ, ਐਰੇਜ਼ ਜਾਂ ਰਿਕਾਰਡਸ, ਪੁਆਇੰਟਰਸ ਹੋ ਗਏ ਜਾਂ ਹੋਰ ਕੋਈ ਕੰਪਲੈਕਸ ਡੇਟਾ ਟਾਈਪਸ ਹੋ ਗਏ, ਉਹਨਾਂ ਨੂੰ ਯੂਜ਼ ਕਰਨਾ ਤਾਂ ਆਪਾਂ ਯੂਜ਼ ਕਰਦੇ ਹਾਂ ਮੈਮਰੀ ਐਡਰੈਸਿੰਗ ਮੋਡਸ। ਠੀਕ ਹੈ, ਜਿਹੜੇ ਅਸੈਂਬਲੀ ਲੈਂਗੁਏਜ ਪ੍ਰੋਗਰਾਮ ਨੇ ਉਹਦੇ 'ਚ ਇੰਸਟਰਕਸ਼ਨਾਂ ਦੋ ਪਾਰਟਸ ਦੇ ਵਿੱਚ ਡਿਵਾਈਡ ਹੋ ਕੇ ਚੱਲਦੀਆਂ ਨੇ, ਇੱਕ ਹੁੰਦਾ ਆਪਕੋਡ ਔਰ ਇੱਕ ਹੁੰਦਾ ਓਪਰੈਂਡ। ਜਿਵੇਂ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ, ਇੱਕ ਹੁੰਦਾ ਆਪਕੋਡ, ਇੱਕ ਹੁੰਦਾ ਓਪਰੈਂਡ। ਠੀਕ ਹੈ, ਦੋ ਪਾਰਟਸ ਦੇ ਵਿੱਚ ਕੋਈ ਵੀ ਇੰਸਟਰਕਸ਼ਨ ਹੈ ਉਹ ਡਿਵਾਈਡ ਹੁੰਦੀ ਹੈ। ਠੀਕ ਹੈ, ਐਡਰੈਸਿੰਗ ਮੋਡਸ ਹੁੰਦੇ ਨੇ ਜਿਹੜੇ ਉਹ ਨੀਚੇ ਦਿੱਤੇ ਹੋਏ ਨੇ ਵੀ ਐਵੇਂ ਜਿਹੜੇ ਹੁਣੇ ਅਪਲਾਈ ਹੁੰਦੇ ਨੇ, ਇਹ ਜਿਹੜੇ ਯੂਜ਼ ਹੁੰਦੇ ਨੇ ਐਡਰੈਸਿੰਗ ਮੋਡ। ਸਭ ਤੋਂ ਪਹਿਲਾਂ ਹੈਗਾ ਇੰਪਲਾਈਡ ਮੋਡ। ਇੰਪਲਾਈਡ ਮੋਡ ਦੇ ਵਿੱਚ ਕੀ ਹੁੰਦਾ? ਇਹਦੇ ਵਿੱਚ ਜਿਹੜਾ ਇੰਸਟਰਕਸ਼ਨ ਦੇ ਵਿੱਚ ਜਿਹੜਾ ਓਪਰੈਂਡ ਹੈ ਉਹ ਸਪੈਸੀਫਾਈ ਕੀਤਾ ਜਾਂਦਾ, ਮਤਲਬ ਕਿ ਕੋਈ ਵੀ ਡੇਟਾ ਜਿਹੜਾ ਉਹ ਇੰਸਟਰਕਸ਼ਨ ਦੇ ਅੰਦਰ ਹੀ ਡਿਫਾਈਨ ਕੀਤਾ ਜਾਂਦਾ। ਠੀਕ ਹੈ, ਜ਼ਿਆਦਾਤਰ ਇਹਦੇ ਵਿੱਚ ਜਿਹੜਾ ਡੇਟਾ ਹੁੰਦਾ ਜਾਂ ਤਾਂ ਉਹ 8 ਬਿਟਸ ਦਾ ਹੁੰਦਾ ਜਾਂ ਫਿਰ ਉਹ ਹੁੰਦਾ 16 ਬਿਟ ਤੱਕ। ਠੀਕ ਹੈ, 8 ਬਿਟਸ ਔਰ 16 ਬਿਟਸ ਤੱਕ ਲੌਂਗ ਹੋ ਸਕਦਾ, ਇਸ ਤੋਂ ਵੱਡਾ ਨਹੀਂ ਹੋ ਸਕਦਾ। ਠੀਕ ਹੈ, ਅਤੇ ਇਹਦੇ ਵਿੱਚ ਜਿਵੇਂ ਨੀਚੇ ਡਾਇਗਰਾਮ ਦਿੱਤਾ ਹੋਇਆ ਵੀ ਇੰਸਟਰਕਸ਼ਨ ਔਰ ਡੇਟਾ, ਮਤਲਬ ਕਿ ਇੰਸਟਰਕਸ਼ਨ ਦੇ ਅੰਦਰ ਹੀ ਇਹਦਾ ਡੇਟਾ ਹੁੰਦਾ। ਜਿਵੇਂ ਮੰਨ ਲਓ ਆਪਾਂ ਕੋਈ ਵੀ ਜ਼ੀਰੋ ਐਡਰੈਸ ਇੰਸਟਰਕਸ਼ਨ ਨੂੰ ਅਸੈਸ ਕਰਨਾ ਹੋਵੇ, ਜ਼ੀਰੋ ਐਡਰੈਸ ਇੰਸਟਰਕਸ਼ਨ ਦਾ ਜਿਹੜਾ ਮਤਲਬ ਕਿ ਡੇਟਾ ਹੋਊਗਾ ਉਹ ਉਹਦੇ ਅੰਦਰ ਹੀ ਹੋਊਗਾ, ਡੇਟਾ ਹੋਊਗਾ ਉਹ ਉਹਦੇ ਅੰਦਰ ਹੀ ਹੋਊਗਾ। ਠੀਕ ਹੈ, ਮਤਲਬ ਕਿ ਉਹਦੇ ਵਿੱਚ ਕੋਈ ਵੀ ਡੇਟਾ ਨਹੀਂ ਹੋਣਾ, ਜ਼ੀਰੋ ਤੋਂ ਹਿਸਾਬ ਲਾ ਲਓ ਵੀ ਉਹਦੇ ਵਿੱਚ ਕੁਛ ਵੀ ਨਹੀਂ ਹੋਣਾ, ਤਾਂ ਉਹਦੀ ਇੰਸਟਰਕਸ਼ਨ ਵੀ ਉਹੀ ਹੋਊਗੀ ਔਰ ਉਹਦਾ ਡੇਟਾ ਵੀ ਸੇਮ ਹੋਏਗਾ। ਠੀਕ ਹੈ, ਦੂਜੀ ਟਾਈਪ ਹੈਗੀ ਹੈ ਇਮੀਡੀਏਟ ਐਡਰੈਸਿੰਗ ਮੋਡ। ਇਹਦੇ ਵਿੱਚ ਕੀ ਹੁੰਦਾ? ਇਹ ਮੋਡ ਦੇ ਵਿੱਚ ਜਿਹੜਾ ਡੇਟਾ ਹੁੰਦਾ ਉਹ ਦੋ ਫੀਲਡਸ ਦੇ ਵਿੱਚ ਪ੍ਰੈਜ਼ੈਂਟ ਕੀਤਾ ਜਾਂਦਾ, ਇੱਕ ਸਾਈਡ 'ਤੇ ਆਪਕੋਡ ਔਰ ਦੂਜੀ ਸਾਈਡ ਦੇ ਉੱਪਰ ਜਾ ਕੇ ਹੁੰਦਾ ਐਡਰੈਸ। ਠੀਕ ਹੈ, ਜਿਹੜਾ ਐਡਰੈਸ ਦੇ ਵਿੱਚ ਕੀ ਹੁੰਦਾ? ਇਹਦੇ ਵਿੱਚ ਜਿਹੜਾ ਡੇਟਾ ਹੁੰਦਾ ਉਹ ਐਡਰੈਸਿੰਗ ਮੋਡ ਦੇ ਵਿੱਚ ਸਟੋਰ ਹੁੰਦਾ। ਠੀਕ ਹੈ, ਮਤਲਬ ਕਿ ਇਹਦੇ ਵਿੱਚ ਦੋ ਪਾਰਟਸ ਹੁੰਦੇ ਨੇ। ਇਮੀਡੀਏਟ ਐਡਰੈਸਿੰਗ ਮੋਡ ਦਾ ਮਤਲਬ ਜਦੋਂ ਆਪਾਂ ਨੂੰ ਇਮੀਡੀਏਟਲੀ ਕਿਸੇ ਵੀ ਡੇਟੇ ਦਾ ਐਡਰੈਸ ਪਤਾ ਲੱਗ ਜਾਵੇ ਵੀ ਇੱਥੋਂ ਉਹ ਕਾਪੀ ਕਰਨਾ, ਇੱਥੇ ਪੇਸਟ ਕਰਨਾ, ਠੀਕ ਹੈ, ਆਸਾਨੀ ਨਾਲ ਆਪਾਂ ਨੂੰ ਡੇਟਾ ਮਿਲ ਜਾਂਦਾ। ਜਿਵੇਂ ਐਗਜ਼ਾਮਪਲ ਦੇ ਵਿੱਚ ਕੀ ਲਿਖਿਆ ਹੋਇਆ? ਮੂਵ AL35H। ਠੀਕ ਹੈ, ਇਹਦਾ ਮਤਲਬ ਕੀ ਹੈ ਵੀ 35H ਦੇ ਵਿੱਚ ਕੀ ਹੈ ਜਿਹੜਾ ਡੇਟਾ ਉਹ ਕਿਹਦੇ 'ਚ ਸਟੋਰ ਹੋ ਜੇ? ਸਿੱਧਾ ਮੂਵ ਹੋ ਜੇ AL ਨਾਮ ਦੇ ਰਜਿਸਟਰ ਦੇ ਵਿੱਚ। ਠੀਕ ਹੈ, AL ਨਾਮ ਦੇ ਰਜਿਸਟਰ ਦੇ ਵਿੱਚ 35H ਦਾ ਜਿਹੜਾ ਡੇਟਾ ਉਹ ਆਸਾਨੀ ਨਾਲ ਮੂਵ ਹੋ ਜੇ ਆਪਣੇ ਆਪ। ਨੈਕਸਟ ਹੈਗਾ ਰਜਿਸਟਰ ਮੋਡ। ਰਜਿਸਟਰ ਮੋਡ ਦੇ ਵਿੱਚ ਕੀ ਹੁੰਦਾ? ਓਪਰੈਂਡ ਹੈ ਜਿਹੜਾ ਉਹ ਪਲੇਸਡ ਹੁੰਦਾ ਜਾਂ ਤਾਂ 8 ਬਿਟ ਦੇ ਵਿੱਚ ਜਾਂ 16 ਬਿਟ ਦੇ ਵਿੱਚ। ਠੀਕ ਹੈ, ਜਰਨਲ ਪਰਪਜ਼ ਰਜਿਸਟਰਸ ਦੇ ਵਿੱਚ ਉਹ ਡੇਟਾ ਜਿਹੜਾ ਸਟੋਰ ਹੁੰਦਾ। ਜਿਵੇਂ ਤੁਸੀਂ ਦਿੱਤਾ ਹੋਇਆ ਡਾਇਗਰਾਮ ਦਿੱਤੀ ਹੋਈ ਹੈ, ਇੰਸਟਰਕਸ਼ਨ ਇੱਕ ਸਾਈਡ ਦੇ ਉੱਪਰ, ਇੱਕ ਸਾਈਡ ਦੇ ਉੱਪਰ ਰਜਿਸਟਰ, ਮਤਲਬ ਕਿ ਇੰਸਟਰਕਸ਼ਨ ਕਿਹਦੇ 'ਚ ਕਿੱਥੇ ਡੇਟਾ ਜਾਂਦਾ ਹੈ? ਰਜਿਸਟਰ ਦੇ ਵਿੱਚ। ਰਜਿਸਟਰ ਤੋਂ ਜਿਹੜਾ ਰਜਿਸਟਰ ਡੇਟਾ ਲੈਂਦਾ ਜਾ ਕੇ ਅੱਗੇ ਇੰਸਟਰਕਸ਼ਨਾਂ ਤੋਂ। ਠੀਕ ਹੈ, ਜੇ ਐਗਜ਼ਾਮਪਲ ਦੇ ਵਿੱਚ ਕੀ ਹੈ? ਮੂਵ AX ਮਤਲਬ ਕਿ CX ਦੇ ਕੰਟੈਂਟਸ ਨੇ ਮੂਵ ਹੋਣਗੇ AX ਰਜਿਸਟਰ ਦੇ ਵਿੱਚ। ਮਤਲਬ ਕਿ ਕੋਈ ਵੀ ਡੇਟਾ ਦਿੱਤਾ ਹੋਇਆ ਉਹ ਡੇਟਾ ਪਹਿਲਾਂ ਮੂਵ ਹੋਊਗਾ ਜਾ ਕੇ ਰਜਿਸਟਰ 'ਚ, ਰਜਿਸਟਰ ਤੋਂ ਫਿਰ ਜਿਹੜੀ ਉਹ ਇੰਸਟਰਕਸ਼ਨ ਆ ਉਹ ਉਸ ਡੇਟੇ ਨੂੰ ਅਸੈਪਟ ਕਰੇਗੀ ਜਾਂ ਉਹਨੂੰ ਪ੍ਰੋਸੈਸ ਕਰੇਗੀ। ਠੀਕ ਹੈ, ਉਸ ਤੋਂ ਬਾਅਦ ਦੂਜਾ ਹੈਗਾ ਰਜਿਸਟਰ ਇਨਡਾਇਰੈਕਟ ਮੋਡ। ਇਹਦੇ ਵਿੱਚ ਕੀ ਹੈ? ਇਹਦੇ ਜਿਹੜੇ ਓਪਰੈਂਡਸ ਨੇ ਉਹ ਆਫਸੈਟ ਪਲੇਸਡ ਹੁੰਦੇ ਨੇ ਕਿਸੇ ਵੀ ਰਜਿਸਟਰ ਦੇ ਵਿੱਚ, BX BP SI DI ਦੇ ਵਿੱਚ। ਠੀਕ ਹੈ, ਅਤੇ ਇਹਦੇ ਵਿੱਚ ਜਿਹੜਾ ਡੇਟਾ ਹੈ ਉਹ ਕੀ ਹੁੰਦਾ? ਬੇਸ ਰਜਿਸਟਰ ਜਾਂ ਇੰਡੈਕਸ ਰਜਿਸਟਰ ਦੇ ਵਿੱਚ ਜਾ ਕੇ ਸਟੋਰ ਹੁੰਦਾ। ਠੀਕ ਹੈ, ਜਿਵੇਂ ਇਹਦੀ ਐਗਜ਼ਾਮਪਲ ਦਿੱਤੀ ਹੋਈ ਹੈ, ਡਾਇਗਰਾਮ ਦਿੱਤਾ ਹੋਇਆ
इंस्ट्रक्शन स्टोर हुई रजिस्टर च, रजिस्टर ने डेटा लिया इफैक्टिव एड्रैस तो अगे कित्थों लिया उन्हें मैमरी दे विचों डेटा। ठीक है, ठीक है। डेटे का मतलब कि मैमरी दे विच किते भी डेटा पिया उहदा जिहड़ा एड्रैस होगा वो किहदे च स्टोर होगा, रजिस्टर च। रजिस्टर किहदे च स्टोर होगा जाके, इंस्ट्रक्शन दे विच। ठीक है। नैक्सट है आटो इंडैक्सड ਜਾਂ इंक्रीमेंट मोड। ਇਹਦੇ 'ਚ ਕੀ ਹੁੰਦਾ, इफेक्टिव एड्रैस ऑफ द ऑपरेंड इज द कंटेंट्स ऑफ रजिस्टर स्पैसीफाइड इन द इंस्ट्रक्शन। कोई भी एड्रैस है किसी भी ऑपरेंड का वो किहदे च स्टोर हुंदा, सीधा रजिस्टर च स्टोर हुंदा ते उत्थों जिहड़ी इंस्ट्रक्शन आ वो स्पैसीफाई कीती जाती है। ठीक है, जो आप कोई भी ऑपरेंड नूं असैस करते हैं तो उस तो बाद जिहड़े उहदे कंटेंट्स हुंदे ने वो रजिस्टर दे विच आटोमैटिकली इंक्रीमेंट हो जाते हैं एक पॉइंट अगे। ठीक है, मतलब कि एक मैमरी लोकेशन अगे एक नंबर वध जाती है, अपन पता लग जाता भी इस मैमरी तो बाद दूजा मैमरी लोकेशन कित्थे है। ठीक है, जिवें एग्जाम्पल दिता होया ऐड R1 R2 प्लस, ठीक है, जां आपां इहनूं लिख सकते हैं R1 इक्वल टू R1 प्लस M R2 दे विच की है R2 प्लस D। ठीक है, मतलब कि इहदे च की है भी R1 ते R2 दो रजिस्टर्स ने, दोने रजिस्टरां दी मैमरी लोकेशन है जिहड़ी आपस दे विच की हो जाए ऐड हो जाए और 1 की हो जाए उहदे विच कैरी हो जाए, मतलब कि डी अगे प्लस हो जाए, नैक्सट रजिस्टर का एड्रैस वो प्लस हो जाए। ठीक है, मतलब कि इंक्रीमेंट हो जाए आटो। ठीक है, आटोमैटिकली इंक्रीमेंट होंदा उन्होंने आटो इंडैक्सड मोड कहा जाता है। ठीक है, उस तो बाद है आटो इंडैक्सड डिक्रीमेंट मोड। पहला इंक्रीमेंट मोड सी, ये आ गया डिक्रीमेंट मोड। डिक्रीमेंट का मोड की है भी आटोमैटिकली जो कोई भी ऑपरेंड भी वो जो कोई ऑपरेंड असैस होंदा उहदे तो बाद इंक्रीमेंट होंदा। ये की है जो कोई ऑपरेंड मतलब कि असैस होंदा उहदे तो पहला जिहड़ा एक पॉइंट आ वो डिक्रीमेंट हो जाए, मतलब कि एक लास्ट लोकेशन अपन पता लग जाए भी इस तो पहला किहड़ी लोकेशन जिहड़ी आ प्रोसैस होई है। ठीक है, जिवें उत्थे प्लस कीता सी इत्थे आपां की करांगे माइनस करांगे, डी दी वैल्यू की कर देंगे माइनस कर देंगे, R2 दे विचों माइनस का साइन लगावांगे भी एक माइनस हो जाए। ठीक है, मतलब कि लास्ट इन फस्ट आउट। ये कि डेटा स्ट्रक्चर यूज होंगे लास्ट इन फस्ट आउट, मतलब कि कोई भी डेटा आपको दिता हो, आप मान लो डिस्कां ने अपने को, ठीक है, सीडियां डिस्कां ने अपने को, उन्होंने आप एक सीक्वेंस के एक मतलब कि क्लॉक के पाता। ठीक है, एक पैक के पाया तो जो आप सब तो जी पहला डिस्क पावांगे वो आप सब तो लास्ट के कड्डांगे। ठीक है, तो जी सब तो लास्ट के उपर पई होगी उपर रखा, सब तो उपर लास्ट के उपर डिस्क रखा वो आप सब तो पहला कड्डांगे, मतलब कि लास्ट इन फस्ट आउट, मतलब कि लास्ट के पाई हुई फस्ट के उपर वो कड्डेगी फस्ट नंबर। ठीक है, नैक्सट है डायरैक्ट एड्रैसिंग या एब्सोल्यूट एड्रैसिंग मोड। ये की है जोड़ा वो है द ऑपरेंड ऑफसैट इज गिवन इन द इंस्ट्रक्शन एज एन 8-bit और 16-bit डिस्प्लेसमेंट एलिमेंट। इन दिस एड्रैसिंग मोड द 16-bit इफेक्टिव एड्रैस ऑफ द डेटा इज द पार्ट ऑफ द इंस्ट्रक्शन। ठीक है, ये की होंगे ये मतलब कि 8-bit और 16-bit हजे तक आप पढ़ते हैं भी उन्ना ही डेटा होंगे सेम ये होंगे, बट ये मोस्टली की लिया जाता 16-bit है जो ज़्यादा इफेक्टिव डेटा मन्निया जाता है। ठीक है, जिवें एग्जाम्पल ये की है देखो इफेक्टिव एड्रैस किहड़ा होंदा 16 बिट्स वाला और मैमरी तो जिहड़ा डेटा लिया जाता है ऐड AL 0301, मतलब कि जिहड़े ऐड करो कंटेंट्स ऑफ जिहड़ा 0301 का डेटा आपको सीधा इत्थे की आएगा एड्रैस दिता होएगा किसी भी डेटे का, आप वो जिहड़े एड्रैस के उपर जो भी डेटा पिया होगा उन्होंने सीधा ऐड कर देंगे आप AL रजिस्टर के डेटे विच। ठीक है, उस तो बाद है नैक्सट टाइप इनडायरैक्ट एड्रैसिंग मोड। ये की है इस मोड के की है एड्रैस फील्ड ऑफ इंस्ट्रक्शन कंटेन्स द एड्रैस ऑफ इफेक्टिव एड्रैस। ये की है जोड़ा इफेक्टिव एड्रैस है वह जोड़ा एड्रैस है, ठीक है, वो कंटेन करती है इंस्ट्रक्शन। ठीक है, ये दो रैफरेंस ने, फस्ट रैफरेंस की है इफेक्टिव एड्रैस, सैकेंड रैफरेंस की होंगे असैस द डेटा भी पहला मतलब कि इफेक्टिव एड्रैस नूं चैक करो फिर उस तो बाद डेटे नूं असैस करो। ठीक है, अवेलेबिलिटी ऑफ इफेक्टिव एड्रैस इनडायरैक्ट मोड इज ऑफ 2 काइंड। ठीक है, इनडायरैक्ट मोड के की ने 2 टाइप्स होंदियां ने, पहली है रजिस्टर इनडायरैक्ट, दूजी है मैमरी इनडायरैक्ट। रजिस्टर इनडायरैक्ट दे विच की हुंदा है जिहड़ा इफेक्टिव एड्रैस हुंदा है वो की हुंदा है वो रजिस्टर नेम के थ्रू मेनटेन किया जाता है, किसी भी एड्रैस फील्ड के विच वो रजिस्टर नाम के उपर लिखिया हुंदा है। मैमरी इनडायरैक्ट दे विच मतलब कि वो मैमरी एड्रैस के नाम से शो हुंदा है। ठीक है, मतलब कि जो आप डेटे को असैस करना जो तो रजिस्टर इनडायरैक्ट है तो रजिस्टर के नाम से सेव होएगा,
ਜੇ ਉਹ ਮੈਮਰੀ ਇਨਡਾਇਰੈਕਟ ਹੈ ਤਾਂ ਉਹ ਮੈਮਰੀ ਦੇ ਨਾਮ ਤੇ ਸੇਵ ਹੋਏਗਾ, ਮਤਲਬ ਕਿ ਮੈਮਰੀ ਦੇ ਵਿੱਚੋਂ ਆਪਾਂ ਚੁੱਕਾਂਗੇ। ਠੀਕ ਹੈ। ਇੰਡੈਕਸ ਐਡਰੈਸਿੰਗ ਮੋਡ, the operand's offset is the sum of the contents of an index register SI or DI and an 8-bit or 16-bit displacement। ठीक है। ਇਹਦੇ ਵਿੱਚ ਕੀ ਹੈ, offset ਸਮ ਹੁੰਦਾ ਹੈ ਕੰਟੈਂਟਸ ਦਾ। ਠੀਕ ਹੈ, ਵੀ ਬਿਨਾ ਮਤਲਬ ਕਿ ਸਿੱਧਾ ਐਡਰੈਸ ਲੈ ਕੇ ਜਿਵੇਂ AX ਦੇ ਵਿੱਚ ਮੂਵ ਹੋਊਗਾ SI + 05, ਮਤਲਬ ਕਿ ਇਹ ਦੋਨੇ ਐਡਰੈਸ ਜੋ ਵੀ ਡੇਟਾ ਪਿਆ ਹੋਊਗਾ ਦੋਨਾਂ ਦਾ ਪਲੱਸ ਕਰਕੇ ਸਿੱਧਾ ਮੂਵ ਹੋ ਜਾਊਗਾ AX ਦੇ ਵਿੱਚ। ਬੇਸਡ ਇੰਡੈਕਸਡ ਮੋਡ, ਠੀਕ ਹੈ, ਮਤਲਬ ਕਿ ਬੇਸਡ ਇੰਡੈਕਸ, ਠੀਕ ਹੈ, BX ਤੇ SI ਦੋ ਰਜਿਸਟਰਾਂ ਦਾ ਡੇਟਾ ਜਿਹੜਾ ਪਲੱਸ ਹੋ ਕੇ ਕਿਹਦੇ 'ਚ ਆ ਜਾਏਗਾ, ਉਹ AX ਦੇ ਵਿੱਚ। ਠੀਕ ਹੈ, ਆਟੋਮੈਟਿਕਲੀ ਮਤਲਬ ਕਿ ਦੋ ਰਜਿਸਟਰਸ ਹੋਣਗੇ। ਉਹਦੇ ਵਿੱਚ ਇੰਡੈਕਸ ਐਡਰੈਸਿੰਗ ਮੋਡ ਹੈ, ਇਹਦੇ ਵਿੱਚ ਬੇਸਡ ਇੰਡੈਕਸ ਐਡਰੈਸਿੰਗ ਮੋਡ ਹੈ। ਬੇਸਡ ਔਨ ਟ੍ਰਾਂਸਫਰ ਆਫ ਕੰਟਰੋਲ ਐਡਰੈਸਿੰਗ ਮੋਡਸ ਆਰ। ਠੀਕ ਹੈ, ਜੇ ਕੰਟਰੋਲ ਵੀ ਟ੍ਰਾਂਸਫਰ ਵੀ ਕੰਟਰੋਲ ਦੇ ਹਿਸਾਬ 'ਤੇ ਦੇਖੀਏ ਤਾਂ ਐਡਰੈਸਿੰਗ ਮੋਡਸ ਕਿਹੜੇ ਹੁੰਦੇ ਨੇ। ਸਭ ਤੋਂ ਪਹਿਲਾਂ ਹੁੰਦਾ PC ਰੈਲੇਟਿਵ ਐਡਰੈਸਿੰਗ ਮੋਡ। PC ਤੁਸੀਂ ਪਹਿਲਾਂ ਵੀ ਪੜ੍ਹਿਆ ਹੋਇਆ, ਪ੍ਰੋਗਰਾਮ ਕਾਊਂਟਰ। ਠੀਕ ਹੈ, ਇਹ ਕੀ ਕਰਦਾ, ਇਹ ਯੂਜ਼ ਹੁੰਦਾ ਇੰਪਲੀਮੈਂਟ ਇੰਟਰਾ ਸੈਗਮੈਂਟ ਟ੍ਰਾਂਸਫਰ ਆਫ ਕੰਟਰੋਲ ਇਨ ਦਿਸ ਮੋਡ ਇਫੈਕਟਿਵ ਐਡਰੈਸ ਇਜ਼ ਓਬਟੇਨਡ ਬਾਈ ਐਡਿੰਗ ਡਿਸਪਲੇਸਮੈਂਟ ਟੂ PC। ਇਹਦੇ ਵਿੱਚ ਮਤਲਬ ਕਿ ਕੰਟਰੋਲ ਟ੍ਰਾਂਸਫਰ, ਮਤਲਬ ਕਿ ਜਿਹੜਾ ਕੰਟਰੋਲ ਹੁੰਦਾ ਟ੍ਰਾਂਸਫਰ ਹੋ ਰਿਹਾ ਹੁੰਦਾ ਨਾ ਇੱਕ ਤੋਂ ਦੂਜੇ ਦੇ ਵਿੱਚ, ਉਹ ਕੰਟਰੋਲ ਨੂੰ ਚੈੱਕ ਕੀਤਾ ਜਾਂਦਾ। ਇਹਦੇ ਵਿੱਚ ਜਿਹੜਾ ਇਫੈਕਟਿਵ ਐਡਰੈਸ ਹੁੰਦਾ ਉਹ ਕਿੱਥੋਂ ਲਿਆ ਜਾਂਦਾ, ਡਿਸਪਲੇਸਮੈਂਟ ਨੂੰ ਜਦੋਂ ਆਪਾਂ PC ਕਾਊਂਟਰ ਦੇ ਵਿੱਚ ਐਡ ਕਰ ਦਿੰਦੇ ਹਾਂ। ਮਤਲਬ ਕਿ EA, ਮਤਲਬ ਕਿ ਐਗਜ਼ਾਮਪਲ ਲਈਏ EA ਦੇ ਵਿੱਚ ਕੀ ਹੈ, ਜਿਹੜਾ PC ਹੈ PC ਦੇ ਵਿੱਚ ਪਲੱਸ ਕੀ ਹੋ ਗਿਆ, ਐਡਰੈਸ ਫੀਲਡ ਵੈਲਿਊ। ਠੀਕ ਹੈ, ਸਿੱਧੀ ਕੋਈ ਵੀ ਜਿਹੜੀ ਵੀ ਆਪਾਂ ਵੈਲਿਊ ਲਈ ਹੈ ਉਹਦਾ ਜਿਹੜਾ ਐਡਰੈਸ ਫੀਲਡ ਹੈ, ਉਹਦਾ ਐਡਰੈਸ ਹੈ ਉਹ ਕਿਹਦੇ 'ਚ ਪਲੱਸ ਹੋਊਗਾ, PC ਦੇ ਵਿੱਚ। ਅੱਗੇ PC ਦੇ ਵਿੱਚ ਜਾ ਕੇ ਕੀ ਪਲੱਸ ਹੋ ਜਾਏਗਾ, ਰਿਲੇਟਿਵ ਵੈਲਿਊ। ਠੀਕ ਹੈ, ਉਸ ਤੋਂ ਬਾਅਦ ਬੇਸ ਰਜਿਸਟਰ ਐਡਰੈਸਿੰਗ ਮੋਡ 'ਚ ਕੀ ਹੈ, ਇਹਦੇ ਵਿੱਚ ਹੁੰਦਾ ਇੰਪਲੀਮੈਂਟ ਹੁੰਦਾ ਇੰਟਰ ਸੈਗਮੈਂਟ ਟ੍ਰਾਂਸਫਰ ਆਫ ਕੰਟਰੋਲ। ਠੀਕ ਹੈ, ਉਹਦੇ ਵਿੱਚ ਕੀ ਸੀ, ਲਾਸਟ ਦੇ ਵਿੱਚ ਇੰਟਰਾ ਕੰਟਰੋਲ, ਇਹਦੇ ਵਿੱਚ ਕੀ ਹੈ, ਇੰਟਰ ਸੈਗਮੈਂਟ ਟ੍ਰਾਂਸਫਰ। ਠੀਕ ਹੈ, ਉਹ 'ਚ ਇੰਟਰਾ ਸੀ, ਇਹ 'ਚ ਇੰਟਰ ਹੈ। ਠੀਕ ਹੈ, ਇਹਦੇ ਵਿੱਚ ਦੇਖੋ, ਇਹਦੇ 'ਚ ਬੇਸ ਰਜਿਸਟਰ ਪਲੱਸ, 'ਚ PC ਦੇ ਵਿੱਚ ਹੋਇਆ ਸੀ, ਇਹਦੇ ਵਿੱਚ ਬੇਸ ਰਜਿਸਟਰ ਦੇ ਵਿੱਚ ਪਲੱਸ ਹੋਏਗਾ। ਠੀਕ ਹੈ, ਬੇਸ ਰਜਿਸਟਰ ਐਡਰੈਸਿੰਗ ਮੋਡ ਨਾਮ ਤੋਂ ਹੀ ਪਤਾ ਲੱਗਦਾ, ਤਾਂ ਪਲੱਸ ਕਾਹਦੇ 'ਚ ਹੋਏਗਾ, ਬੇਸ ਰਜਿਸਟਰ 'ਚ। ਉਹ 'ਚ ਸੀ PC ਰਿਲੇਟਿਵ ਐਡਰੈਸਿੰਗ ਮੋਡ, ਤਾਂ ਉਹਦੇ 'ਚ PC 'ਚ ਹੋਇਆ ਸੀ, ਇਹਦੇ 'ਚ ਬੇਸ ਹੈ ਤਾਂ ਇਹਦੇ 'ਚ ਬੇਸ 'ਚ ਪਲੱਸ ਹੋਏਗਾ। ਠੀਕ ਹੈ, ਓਕੇ, ਥੈਂਕ ਯੂ ਐਵਰੀਵਨ। ਜੇ ਕਿਸੇ ਨੂੰ ਡਾਊਟ ਹੈ ਤਾਂ ਆਪਣਾ ਕਲੀਅਰ ਕਰ ਸਕਦੇ ਨੇ। ਓਕੇ, ਬਾਏ ਬਾਏ।